हाँ जी, सत श्री अकाल जी साਰਿਆਂ ਨੂੰ। मैं धर्मपाल सिंह हिसाब मास्टर गवर्नमेंट हाई स्कूल पतारा। विद्यार्थियों, ਅੱਜ ਅਸੀਂ ਕਲਾਸ 9ਵੀਂ ਦਾ 7ਵਾਂ ਅਧਿਆਇ त्रिभुजा यानी कि ट्रायंगल्स ਜਿਹੜਾ ਹੈ ਉਸ ਚੈਪਟਰ ਨੂੰ ਅੱਗੇ ਕੰਟੀਨਿਊ ਕਰਾਂਗੇ। ਇਸ ਤੋਂ ਪਹਿਲੇ ਵਾਲੇ ਚੈਪਟਰਸ ਦੇ ਵਿੱਚ ਯਾਨੀ ਕਿ ਐਕਸਰਸਾਈਜ਼ ਦੇ ਵਿੱਚ 7.1 7.2 ਐਕਸਰਸਾਈਜ਼ ਦੇ ਵਿੱਚ ਅਸੀਂ ਕੀ ਕੁਝ ਕੀਤਾ ਹੈ ਉਹਦੇ ਬਾਰੇ ਥੋੜੀ ਜਿਹੀ ਚਰਚਾ ਕਰਾਂਗੇ ਤੇ 7.ਅਭਿਆਸ 7.3 ਦੇ ਨਾਲ जुड़े हुए ਜਿਹੜੇ ਨਿਯਮ ਤੇ ਸਿਧਾਂਤ ਹਨ ਉਹਨਾਂ ਦੀ ਚਰਚਾ ਕਰਾਂਗੇ ਤੇ ਅਭਿਆਸ ਦੇ ਕੁਝ ਕੁਐਸਚਨ ਕਰਾਂਗੇ। ਆਓ ਵਿਦਿਆਰਥੀਓ ਚਰਚਾ ਕਰਦੇ ਹਾਂ ਹੱਲੇ ਤੱਕ ਜੋ ਅਸੀਂ ਕੀਤਾ ਹੈ ਉਹ ਕੀ ਹੈ। त्रिभुजा ਦੇ ਵਿੱਚ ਵਿਦਿਆਰਥੀਓ ਅਸੀਂ ਸਰਬੰਗ ਸਮਤਾ ਦੀ ਗੱਲ ਕੀਤੀ ਹੈ। ਜਦੋਂ ਅਸੀਂ ਸਰਬੰਗ ਸਮਤਾ ਦੀ ਗੱਲ ਕੀਤੀ ਸੀ ਵਿਦਿਆਰਥੀਓ ਕਿ ਕੋਈ ਵੀ ਦੋ ਚੀਜ਼ਾਂ ਸਰਬੰਗ ਸਮ ਕਦੋਂ ਹੁੰਦੀਆਂ ਹਨ। ਅਸੀਂ ਦੋ ਸਿੱਕਿਆਂ ਦੀ ਐਗਜ਼ਾਮਪਲ ਲਈ ਸੀ, ਸਿੱਕਿਆਂ ਨੂੰ ਸਿੱਕਿਆਂ ਦੇ ਉੱਪਰ ਰੱਖਿਆ ਸੀਗਾ, ਅਸੀਂ ਦੇਖਿਆ ਸੀਗਾ ਕਿ ਕਿਵੇਂ ਉਹ ਦੋ ਸਿੱਕੇ ਜਿਹੜੇ ਹੈਗੇ ਨੇ ਉਹ ਆਪਸ ਦੇ ਵਿੱਚ ਸਰਬੰਗ ਸਮ ਹੋ ਸਕਦੇ ਨੇ, ਬਿਲਕੁਲ ਇੱਕ ਦੂਜੇ ਨੂੰ ਕਵਰ ਕਰਦੇ ਹੋਣ। ਦੋ त्रिभुजा ਜਿਹੜੀਆਂ ਇੱਕ ਦੂਜੇ ਨੂੰ ਪੂਰੇ ਤਰੀਕੇ ਨਾਲ ਕਵਰ ਕਰਦੀਆਂ ਹੋਣ ਉਹ ਵੀ ਕੀ ਹੁੰਦੀਆਂ ਨੇ, ਸਰਬੰਗ ਸਮਤਾ ਦੀ ਉਦਾਹਰਣ ਹੁੰਦੀਆਂ ਹਨ। ਫਿਰ ਅਸੀਂ ਮੈਥਮੈਟਿਕਸ ਦੇ ਵਿੱਚ ਸਰਬੰਗ ਸਮਤਾ ਦਾ ਨਿਯਮ ਜਿਹੜਾ ਹੈਗਾ ਕਿਹੜੇ ਨਿਯਮ ਹੈਗੇ ਨੇ ਉਹ त्रिभुजा ਦੇ ਉੱਤੇ ਲੱਗਣ ਤਾਂ ਅਸੀਂ ਕਹਿ ਸਕੀਏ ਕਿ ਹਾਂ ਵੀ ਇਹਨਾਂ त्रिभुजा ਨੂੰ ਮਾਪਣ ਦੀ ਲੋੜ ਨਹੀਂ ਆ, ਇਹਨਾਂ ਦੇ ਇੱਕ ਦੂਜੇ ਦੇ ਉੱਪਰ ਰੱਖਣ ਦੀ ਲੋੜ ਨਹੀਂ ਆ। ਮੈਂ ਸਿਰਫ ਉਹਨਾਂ ਦੇ ਮਾਪਾਂ ਨੂੰ ਦੇਖ ਕੇ ਦੱਸ ਸਕਾਂ ਕਿ ਉਹ ਸਰਬੰਗ ਸਮ ਹਨ ਕਿ ਨਹੀਂ ਹਨ। ਵਿਦਿਆਰਥੀਓ, ਸਭ ਤੋਂ ਪਹਿਲਾ ਨਿਯਮ ਜਿਹੜਾ ਅਸੀਂ ਇਸ ਦੇ ਵਿੱਚ ਕੀਤਾ ਸੀ ਉਹ ਨਿਯਮ ਵਿਦਿਆਰਥੀਓ ਸੀਗਾ ਜੀ ਸਾਈਡ ਐਂਗਲ ਸਾਈਡ, ਭਾਵ ਭੁਜਾ ਕੋਣ ਭੁਜਾ। ਭੁਜਾ ਕੋਣ ਭੁਜਾ ਤੋਂ ਭਾਵ ਇਹ ਸੀ ਵਿਦਿਆਰਥੀਓ ਕਿ ਜੇਕਰ ਸਾਡੇ ਕੋਲ ਦੋ त्रिभुजा ਹੋਣ, ਠੀਕ ਹੈ ਜੀ, ਆਹ ਮੰਨ ਲਓ ਸਾਡੇ ਕੋਲ ਦੋ त्रिभुजा ਦਿੱਤੀਆਂ ਹੋਈਆਂ ਨੇ ਕੋਈ ਵੀ, ਇਹ ਹੈਗੀ ਆ A B C, ਇਹ ਹੈਗੀ D E F। ਇਹਦੇ ਵਿੱਚ ਮੈਨੂੰ ਇਹ ਕਹਿ ਦਿੱਤਾ ਜਾਵੇ ਕਿ ਕੋਣ B ਕੋਣ E ਦੇ ਬਰਾਬਰ ਹੈ, ਆਹ ਵਾਲੀ ਭੁਜਾ ਇਸ ਭੁਜਾ ਦੇ ਬਰਾਬਰ ਹੈ ਤੇ ਆਹ ਜਿਹੜੀ ਭੁਜਾ ਹੈ ਉਹ ਇਸ ਭੁਜਾ ਦੇ ਬਰਾਬਰ ਹੈ, ਤਾਂ ਅਸੀਂ ਇਹ ਚੀਜ਼ ਕਹਿ ਸਕਦੇ ਹਾਂ ਕਿ त्रिभुज ABC ਸਰਬੰਗਸਮ ਹੈ त्रिभुज DEF ਦੀ। ਠੀਕ ਹੈ ਜੀ, ਤੇ ਇਸ ਦਾ ਕਾਰਨ ਅਸੀਂ ਕੀ ਲਿਖਦੇ ਸੀਗੇ, ਸਾਈਡ ਐਂਗਲ ਸਾਈਡ ਯਾਨੀ ਕਿ ਭੁਜਾ ਕੋਣ ਭੁਜਾ। ਠੀਕ ਹੈ, ਇਹ ਸਾਡਾ ਵਿਦਿਆਰਥੀਓ ਪਹਿਲਾ ਨਿਯਮ ਸੀਗਾ। ਉਸ ਤੋਂ ਬਾਅਦ ਅਸੀਂ ਜਿਹੜਾ ਦੂਸਰਾ ਨਿਯਮ ਕੀਤਾ ਵਿਦਿਆਰਥੀਓ, ਦੂਸਰਾ ਨਿਯਮ ਸੀ ਸਾਡੇ ਕੋਲ ਉਹ ਵਿਦਿਆਰਥੀਓ ਸੀਗਾ ਜੀ ਸਾਡੇ ਕੋਲ ਐਂਗਲ ਸਾਈਡ ਐਂਗਲ, ਭਾਵ ਕੋਣ ਭੁਜਾ ਕੋਣ। ਇਹ ਵਿਦਿਆਰਥੀਓ ਸਾਡੇ ਕੋਲ ਇੱਕ ਹੋਰ ਇਸ ਦਾ ਤਰੀਕੇ ਨਾਲ ਹੀ ਸੀ, ਜੇਕਰ ਸਾਡੇ ਕੋਲ ਦੋ त्रिभुजा ਇਦਾਂ ਦੀਆਂ ਦਿੱਤੀਆਂ ਗਈਆਂ ਹੋਣ, ਠੀਕ ਹੈ ਜੀ, ਮੰਨ ਲਓ ਆ ਦੋ त्रिभुजा ਸਾਡੇ ਕੋਲ ਦਿੱਤੀਆਂ ਹੋਈਆਂ ਨੇ, ਠੀਕ ਹੈ, ਇਹਨਾਂ ਦੋ त्रिभुजा ਦੇ ਵਿੱਚ ਆ ਹੈ A, ਆ ਹੈ B, ਆ ਹੈ C, ਆ ਹੈ D, ਆ ਹੈ E, ਆ ਹੈ F। ਠੀਕ ਹੈ ਜੀ, ਸਾਨੂੰ ਇਹ ਕਹਿ ਦਿੱਤਾ ਜਾਵੇ ਕਿ ਕੋਣ B ਕੋਣ E ਦੇ ਬਰਾਬਰ ਹੈ, ਕੋਣ C ਕੋਣ F ਦੇ ਬਰਾਬਰ ਹੈ। ਦੇਖੋ ਆਹ ਕੋਣ ਇਸ ਦੇ ਬਰਾਬਰ ਹੈ, ਆਹ ਕੋਣ ਇਸ ਕੋਣ ਦੇ ਬਰਾਬਰ ਹੈ ਤੇ ਆਹ ਜਿਹੜੀ ਭੁਜਾ ਹੈ ਜਿਹੜੀ ਕਿ ਦੋਨਾਂ ਕੋਣਾਂ ਨੂੰ ਲੈ ਕੇ ਚੱਲਦੀ ਹੈ। ਠੀਕ ਹੈ ਜੀ, ਆਪਾਂ ਕਿਹਾ ਕੋਣ ਭੁਜਾ ਕੋਣ ਯਾਨੀ ਕਿ ਪਹਿਲਾ ਕੋਣ ਫਿਰ ਭੁਜਾ ਫਿਰ ਕੋਣ, ਉਹ ਵਾਲੀ ਭੁਜਾ ਜਿਹੜੀ ਦੋਹਾਂ ਕੋਣਾਂ ਨੂੰ ਨਾਲ ਲੈ ਕੇ ਚੱਲਦੀ ਹੈ। ਠੀਕ ਹੈ ਜੀ, ਜਾਂ ਦੋਨਾਂ ਕੋਣਾਂ ਦੀ ਸਾਂਝੀ ਭੁਜਾ ਜਿਹੜੀ ਹੈਗੀ ਆ ਉਹ ਭੁਜਾ ਜੇਕਰ ਉਹਨਾਂ ਦੀ ਬਰਾਬਰ ਹੋਵੇ ਤੇ ਦੋ ਕੋਣ ਸੰਗਤ ਕੋਣ ਆਪਸ ਵਿੱਚ ਬਰਾਬਰ ਹੋਣ ਤਾਂ ਅਸੀਂ ਉਹਨਾਂ ਦੋਨਾਂ त्रिभुजा ਨੂੰ ਕੀ ਕਹਿੰਦੇ ਨੇ ਆ, ਉਹ ਦੋਵੇਂ त्रिभुजा ਆਪਸ ਦੇ ਵਿੱਚ ਕੀ ਹਨ, ਸਰਬੰਗਸਮ ਹਨ। ਇਸ ਤੋਂ ਬਾਅਦ ਵਿਦਿਆਰਥੀਓ ਇਸ ਹੀ ਨਿਯਮ ਨੂੰ, ਇਸ ਦੂਸਰੇ ਨਿਯਮ ਨੂੰ ਅਸੀਂ ਥੋੜਾ ਜਿਹਾ ਅੱਗੇ ਵਧਾਇਆ ਸੀ ਤੇ ਅਸੀਂ ਇਹ ਚੀਜ਼ ਕੀਤੀ ਸੀਗੀ ਕਿ ਜੇਕਰ ਸਾਡੇ ਕੋਲ ਇਸ ਤਰ੍ਹਾਂ ਨਾ ਹੋ ਜਾਏ AAS, ਠੀਕ ਹੈ ਜੀ, AAS ਦਾ ਭਾਵ ਇਹ ਹੈ ਕਿ ਸਾਨੂੰ ਇਹ ਦਿੱਤਾ ਹੋਵੇ ਕਿ ਕੋਣ ਹੈ, ਠੀਕ ਹੈ ਜੀ, ਫਿਰ ਕੋਣ ਹੈ ਤੇ ਫਿਰ ਭੁਜਾ ਹੈ। ਜੇਕਰ ਆ ਚੀਜ਼ ਵੀ ਕੋਈ ਦੋ त्रिभुजा ਦੇ ਵਿੱਚ ਇਹ ਚੀਜ਼ ਵੀ ਆ ਜਾਵੇ ਤਾਂ ਵੀ ਅਸੀਂ ਇਹ ਕਹਿ ਦਿੰਦੇ ਸੀਗੇ ਕਿ ਉਹ ਦੋਵੇਂ त्रिभुजा ਆਪਸ ਦੇ ਵਿੱਚ ਕੀ ਹੋਣਗੀਆਂ, ਸਰਬੰਗਸਮ ਹੋਣਗੀਆਂ। ਠੀਕ ਹੈ ਵਿਦਿਆਰਥੀਓ, ਸੋ ਇਹਦੇ ਵਿੱਚ ਇੱਕ ਕਾਰਨ ਸੀਗਾ, ਇੱਕ ਲੌਜਿਕ ਸੀਗਾ ਜਿਹੜਾ ਮੈਂ ਲਾਸਟ ਲੈਕਚਰ ਵਿੱਚ ਤੁਹਾਨੂੰ ਦੱਸਿਆ ਸੀ ਕਿ त्रिभुज ਦੇ ਜੇਕਰ ਦੋ ਕੋਣ ਆਪਸ ਦੇ ਵਿੱਚ ਬਰਾਬਰ ਹੋਣ ਤਾਂ ਇਸ ਦਾ ਅਰਥ ਹੈ ਤੀਸਰਾ ਕੋਣ ਆਪਣੇ ਆਪ ਆਪਸ ਦੇ ਵਿੱਚ ਬਰਾਬਰ ਹੋਏਗਾ। ਉਹਦਾ ਕਾਰਨ ਇਹ ਸੀਗਾ ਕਿ त्रिभुज ਦੇ ਤਿੰਨਾਂ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ ਵਿਦਿਆਰਥੀਓ, 180 ਡਿਗਰੀ। ਜੇਕਰ त्रिभुज ਦੇ ਤਿੰਨਾਂ ਕੋਣਾਂ ਦਾ ਜੋੜ 180 ਡਿਗਰੀ ਹੈ ਤਾਂ ਇਸ ਤੋਂ ਭਾਵ ਇਹ ਹੋਇਆ ਕਿ ਦੋ ਕੋਣ ਬਰਾਬਰ ਹਨ ਤਾਂ ਤੀਸਰਾ ਕੋਣ ਬਰਾਬਰ ਹੀ ਹੋਏਗਾ। ਇਸ ਕਰਕੇ ਇਹ ਵਾਲਾ ਨਿਯਮ ਵੀ ਜਿਹੜਾ ਹੈਗਾ ਇਸ ਨਿਯਮ ਤੋਂ ਵਿੱਚੋਂ ਹੀ ਆਹ ਵਾਲਾ ਨਿਯਮ ਨਿਕਲਦਾ ਹੈ। ਠੀਕ ਹੈ, ਅੱਛਾ ਵਿਦਿਆਰਥੀਓ, ਅੱਜ ਅਸੀਂ ਚੱਲਦੇ ਹਾਂ ਇਹਨਾਂ ਦੋ ਤਿੰਨ ਨਿਯਮਾਂ ਤੋਂ ਅੱਗੇ ਥੋੜਾ ਜਿਹਾ ਵਧਦੇ ਹਾਂ ਤੇ ਦੇਖਦੇ ਹਾਂ ਹੋਰ ਵੀ ਕੀ ਨਿਯਮ ਸਰਬੰਗ ਸਮਤਾ ਦੇ ਹੋ ਸਕਦੇ ਹਾਂ। ਅਸੀਂ ਬਿਲਕੁਲ ਜਾਣਦੇ ਹਾਂ ਵਿਦਿਆਰਥੀਓ ਅਗਲਾ ਨਿਯਮ ਜਿਹੜਾ ਸਾਡੇ ਕੋਲ ਦਿੱਤਾ ਹੋਇਆ ਹੈ ਉਹ ਨਿਯਮ ਸਾਨੂੰ ਕੀ ਕਹਿੰਦਾ ਹੈ ਵਿਦਿਆਰਥੀਓ, ਉਹ ਨਿਯਮ ਸਾਨੂੰ ਕਹਿੰਦਾ ਹੈ ਭੁਜਾ ਭੁਜਾ ਭੁਜਾ। ਹਜੇ ਤੱਕ ਮੈਂ ਜਿੰਨੇ ਵੀ ਮਤਲਬ ਨਿਯਮ ਕੀਤੇ ਨੇ ਉਹਨਾਂ ਦੇ ਵਿੱਚ ਕੋਣ ਜਿਹੜਾ ਸੀ ਉਹ ਜ਼ਰੂਰ ਹੋਣਾ ਚਾਹੀਦਾ ਸੀ ਬਰਾਬਰ, ਲੇਕਿਨ ਇਸ ਕੇਸ ਦੇ ਵਿੱਚ ਉਹ ਕਹਿੰਦਾ ਨਹੀਂ ਕੋਣ ਦੀ ਲੋੜ ਨਹੀਂ ਆ। ਜੇਕਰ ਪਹਿਲੇ त्रिभुज ਦੀਆਂ ਤਿੰਨੋਂ ਭੁਜਾਵਾਂ
ਦੂਸਰੇ ਤ੍ਰਿਭੁਜ ਦੀਆਂ ਸੰਗਤ ਭੁਜਾਵਾਂ ਦੇ ਬਰਾਬਰ ਹੁੰਦੀ ਹੈ ਤਾਂ ਇਸ ਦਾ ਭਾਵ ਇਹ ਹੈ ਕਿ ਉਹ ਜਿਹੜੀਆਂ ਤ੍ਰਿਭੁਜਾਂ ਆਪਸ ਦੇ ਵਿੱਚ ਕੀ ਹੋ ਜਾਣਗੀਆਂ, ਸਰਬੰਸਮ ਹੋ ਜਾਣਗੀਆਂ। ਠੀਕ ਹੈ ਜੀ। ਸੇਮ ਵਿਦਿਆਰਥੀਓ ਆਪਾਂ ਦੋ ਤ੍ਰਿਭੁਜਾਂ ਲੈ ਲੈਂਦੇ ਹਾਂ ਜੀ। ਇਹਦੇ ਵਿੱਚ ਵਿਦਿਆਰਥੀਓ ਅਸੀਂ ਚੱਕੀ ਦੀ ਪਹਿਲੀ ਤ੍ਰਿਭੁਜ A B C, ਦੂਸਰੀ ਹੈ ਜੀ D E F। ਜੇਕਰ ਮੈਨੂੰ ਇਹ ਕਿਹਾ ਜਾਵੇ ਕਿ AB ਬਰਾਬਰ ਹੈ DE ਦੇ, BC ਬਰਾਬਰ ਹੈ EF ਦੇ ਤੇ CA ਬਰਾਬਰ ਹੈ FD ਦੇ, ਤਾਂ ਮੈਂ ਇਹ ਚੀਜ਼ ਕਹਿ ਸਕਦਾ ਹਾਂ ਤ੍ਰਿਭੁਜ ABC ਸਰਬੰਸਮ ਹੈ ਤ੍ਰਿਭੁਜ DEF ਦੇ। ਤੇ ਕਾਰਨ ਮੈਂ ਕੀ ਲਿਖਾਂਗਾ ਵਿਦਿਆਰਥੀਓ, SSS यानी कि साइड 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 भुजा भुजा भुजा। ते इस नियम दे नाल भी ये दोवें त्रिभुजां आपस दे विच की बन जाणगीਆਂ, ਸਰਬੰਸਮ ਬਣ ਜਾਣਗੀਆਂ। ठीक है विद्यार्थियों। चलो इस तो नाल ही विद्यार्थियों एक नियम ਅਸੀਂ ਹੋਰ ਕਰਕੇ ਕਰਦੇ ਹਾਂ, ਉਸ ਤੋਂ ਬਾਅਦ ਜਿਹੜੇ ਹੈਗੇ ਆ ਅਸੀਂ ਇਸ ਐਕਸਰਸਾਈਜ਼ ਦੇ ਕੁਐਸਚਨ ਜਿਹੜੇ ਹੈਗੇ ਨੇ ਉਹ ਹੱਲ ਕਰਨੇ ਸ਼ੁਰੂ ਕਰਾਂਗੇ। विद्यार्थियों अगला नियम बड़ा इंटरेस्टिंग है। अगला नियम इंटरेस्टिंग इस करके है कि वो नियम साडा बनता है समकोणी त्रिकोणां विच। ठीक है जी। मान लो आ एक समकोणी त्रिकोण है, एक होर समकोणी त्रिकोण बना लेने हां इथे, आ दूसरी समकोणी त्रिकोण आ गई मेरे को। ठीक है जी। इसका नाम भी दे देने हैं जी A B C D E F। इस पहली त्रिभुज ਦੇ ਵਿੱਚ ਕੋਣ B ਜਿਹੜਾ 90 ਡਿਗਰੀ ਦਾ ਹੈ, ਦੂਸਰੀ त्रिभुज ਦੇ ਵਿੱਚ ਕੋਣ E 90 ਡਿਗਰੀ ਦਾ ਹੈ। ਇਸੇ 90 ਡਿਗਰੀ ਦੇ ਕੋਣ ਦੇ ਕਰਕੇ ਇਹਨਾਂ ਦੋਵਾਂ त्रिभुजां ਨੂੰ ਕੀ ਕਹਿੰਦੇ ਆ, ਸਮਕੋਣੀ त्रिकोण। ਸਾਡਾ ਅਗਲਾ ਜਿਹੜਾ ਨਿਯਮ ਹੈ ਉਹ ਨਿਯਮ ਵਿਦਿਆਰਥੀਓ ਸਾਨੂੰ ਕਹਿੰਦਾ ਹੈ RHS। RHS ਤੋਂ ਭਾਵ ਕੀ ਹੈ, R ਜਿਹੜਾ ਹੈ ਉਸ ਤੋਂ ਭਾਵ ਹੁੰਦਾ ਹੈ ਸਮਕੋਣ। देखो इन्हां दोनों त्रिभुजां दे विच एक एक समकोण है, बिल्कुल है। H का मतलब होता है कर्ण, हाइपोटेन्यूज इंग्लिश च बोलते हैं, पंजाबी च कर्ण, कर्ण बराबर दिता होवे। ठीक है जी। ते तीसरा है भुजा। हुण इहदे विच भुजा दी स्पेसिफिकेशन नहीं दिती हुई है, उन्हें कहा कि भुजा बराबर होनी चाहिए। वो आ दो भुजावां भी बराबर हो सकदियां हन ते आ दो भुजावां भी बराबर हो सकदियां हन। ठीक है जी। सो कोई भी दो मतलब एक कर्ण ते एक कोण तो इलावा बाकी दोवें भुजावां दे विचों कोई दो संगत भुजावां जिहड़ियां बराबर हो जाण ते साडी त्रिभुज जिहड़ी हैगी आ ओह की हो जाएगी, सर्वंसम हो जाएगी। ठीक है विद्यार्थियों। सो आ नियम भी जिहड़ा हैगा आ ये आपां बहुत अगे वरतांगे। ठीक है जी। ते मैं उम्मीद करदा विद्यार्थियों हजे तक असीं जिन्ने भी नियम कीते हन आपां एक बार फिर रिवाइज कर लईए, क्योंकि क्वेश्चनस दे विच सानूं इन्हां दी लोड़ पवेगी। पहला नियम विद्यार्थियों असीं किहड़ा कीता है, सब तो पहला नियम आपां कीता सीगा जी, हां जी, कोण भुजा कोण। ठीक है जी। कोण भुजा कोण दा कीता जी, फिर भुजा कोण भुजा दा कीता, फिर कोण कोण भुजा दा कीता, उस तो बाद आपां भुजा 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 ते कर्ण समकोण कर्ण ते भुजा। ਇਹ ਪੰਜ ਨਿਯਮ ਜਿਹੜੇ ਹੈਗੇ ਨੇ ਅਸੀਂ ਕੀਤੇ ਨੇ। ਇਹਨਾਂ ਪੰਜ ਨਿਯਮਾਂ ਦੇ ਨਾਲ ਪਹਿਲੇ ਤਿੰਨ ਨਿਯਮਾਂ ਦੇ ਨਾਲ ਰਿਲੇਟਡ ਤਾਂ ਆਪਾਂ ਕੁਐਸਚਨ ਕਰ ਚੁੱਕੇ ਹਾਂ। ਦੂਜੇ ਤੇ ਤੀਜੇ ਤੇ ਚੌਥੇ ਜਿਹੜੇ ਅੱਜ ਦੇ ਨਿਯਮ ਜਿਹੜੇ ਆਪਾਂ ਕੀਤੇ ਹਨ ਉਹਨਾਂ ਦੇ ਨਾਲ ਰਿਲੇਟਡ ਆਪਾਂ ਕੁਐਸਚਨ ਅੱਜ ਹੱਲ ਕਰਾਂਗੇ। ਹੈ ਉਹ ਸਿੱਧ ਕਰਨੀ ਹੈ ਵਿਦਿਆਰਥੀਓ, त्रिभुज ABP सर्वंसम है त्रिभुज ACP। तीसरी चीज विद्यार्थियों जी आप सिद्ध करनी है वो सिद्ध करनी है सॉरी त्रिभुज नहीं है AP कोण A अते कोण D नूं, कोण A अते कोण D नूं सम दो भाजित करती है। एपी कोण ए ते कोण डी नूं सम दो भाजित करती है। ठीक है जी। ते तीसरी चीज जिहड़ी है, चौथी चीज जिहड़ी है वो है एपी जो है वो भुजा बीसी नूं, एपी भुजा बीसी नूं लंब दो भाजक, लंब सम दो भाजक, लंब सम दो भाजक भाजित करती है। ठीक है विद्यार्थियों। ये चार चीजां जड़ियां हैगियां मैं सिद्ध करनियां हैं। पहली चीज की है ABD सर्वंसम है ACD दे, ABD सर्वंसम है ACD दे। दूसरी चीज है ABP सर्वंसम है ACP दे। तीसरी है AP A कोण A अते कोण D नूं सम दो भाजित करती है। तीसरा है AP भुजा BC नूं लंब सम दो भाजित जिहड़ी है वो करती है। अच्छा विद्यार्थियों ये एक्सरसाइज 7.3 का सम है। ठीक है जी।
ਤੁਸੀਂ ਇਸ ਸਟੇਟਮੈਂਟ ਨੂੰ ਇੱਕ ਵਾਰੀ ਫੇਰ ਪੜ੍ਹ ਦੇਣਾ ਹਾਂ, ਉਸ ਤੋਂ ਬਾਅਦ ਮੈਨੂੰ ਇਹ ਸਟੇਟਮੈਂਟ ਮਿਟਾਣੀ ਪਏਗੀ, ਤਦ ਹੀ ਜੋ ਹੈ ਮੈਂ ਸਵਾਲ ਜਿਹੜੇ ਹੈਗੇ ਕਰ ਪਾਵਾਂਗਾ। ਸਟੇਟਮੈਂਟ ਇੱਕ ਵਾਰੀ ਪੜ੍ਹ ਦਵਾਂ ਫਿਰ। त्रिभुज ABC ਅਤੇ त्रिभुज DBC ਵਿੱਚ DBC ਇੱਕ ਹੀ ਭੁਜਾ BC ਉੱਤੇ ਦੋ ਸਮਦੋਭੁਜੀ ਤ੍ਰਿਭੁਜਾਂ ਹਨ ਅਤੇ ਸਿਖਰ A ਅਤੇ D ਭੁਜਾ BC ਦੇ ਇੱਕੋ ਪਾਸੇ ਹਨ। ਜੇ ਭੁਜਾ AD ਨੂੰ ਇਸ ਤਰ੍ਹਾਂ ਵਧਾਇਆ ਜਾਵੇ ਕਿ ਭੁਜਾ BC ਨੂੰ T ਤੇ ਕੱਟੇ ਤਾਂ ਸਿੱਧ ਕਰੋ ਕਿ ਇਹ ਚਾਰ ਚੀਜ਼ਾਂ ਜਿਹੜੀਆਂ ਹੈ ਉਹ ਆਪਾਂ ਸਿੱਧ ਕਰਨੀਆਂ ਹਨ। ਵਿਦਿਆਰਥੀਓ ਹੁਣ ਮੈਨੂੰ ਇਹ ਮਿਟਾਣਾ ਪਏਗਾ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਡਾਇਗਰਾਮ ਦੇ ਨਾਲ ਜਿਹੜੀ ਹੈ ਉਹ ਚੀਜ਼ ਸਮਝਾਉਣ ਦੀ ਕੋਸ਼ਿਸ਼ ਕਰਨਾ ਹਾਂ। ਠੀਕ ਹੈ ਵਿਦਿਆਰਥੀ, ਇਹਦੇ ਵਿੱਚ ਵਿਦਿਆਰਥੀਓ ਸਾਨੂੰ ਕੀ ਕਿਹਾ ਗਿਆ ਹੈ? ਸਾਨੂੰ ਇੱਕ ਤ੍ਰਿਭੁਜ ਦਿੱਤੀ ਗਈ ਹੈ। ਉਹ ਤ੍ਰਿਭੁਜ ਕੀ ਹੈ ਸਾਡੇ ਕੋਲ? ABC। ਫਿਰ ਉਸਨੇ ਇਹ ਕਿਹਾ ਸੀ ਕਿ ਇੱਥੇ ਇੱਕ ਜਾ ਕੇ ਇੱਕ ਬਿੰਦੂ D ਹੈ ਤੇ ਇਸ D ਨੂੰ P ਤੱਕ ਵਧਾਇਆ ਗਿਆ ਹੈ ਤੇ ਆਹ ਮੇਰੇ ਕੋਲ ਦੂਸਰੀ ਤ੍ਰਿਭੁਜ ਜਿਹੜੀ ਹੈ ਉਹ ਆ ਗਈ ਸੀ। ਠੀਕ ਹੈ ਜੀ, ਹੁਣ ਆਹ ਦੋ ਤ੍ਰਿਭੁਜਾਂ ਮੇਰੇ ਕੋਲ ਇਹਦੇ ਵਿੱਚ ਆ ਗਈਆਂ ਹੋਈਆਂ ਨੇ। ਇਹਨਾਂ ਦੋ ਤ੍ਰਿਭੁਜਾਂ ਦੇ ਵਿੱਚ ਉਹਨੇ ਕਿਹਾ ਸੀ ਸਮਦੋਭੁਜੀ ਤ੍ਰਿਭੁਜ, ਯਾਨੀ ਕਿ ਆਹ ਵਾਲੀ ਭੁਜਾ ਇਸ ਭੁਜਾ ਦੇ ਬਰਾਬਰ ਹੈ ਤੇ ਆਹ ਵਾਲੀ ਭੁਜਾ ਇਸ ਭੁਜਾ ਦੇ ਬਰਾਬਰ ਹੈ। ਕਿਉਂਕਿ ਤੁਸੀਂ ਧਿਆਨ ਦਿੱਤਾ ਸੀਗਾ ਉਹਨੇ ਸਾਨੂੰ ਕੀ ਕਿਹਾ ਸੀਗਾ? ਉਹਨੇ ਸਾਨੂੰ ਕਿਹਾ ਸੀਗਾ ਤ੍ਰਿਭੁਜ ABC ਅਤੇ ਤ੍ਰਿਭੁਜ BDC ਜਿਹੜੀਆਂ ਹਨ ਉਹ ਦੋਵੇਂ ਸਮਦੋਭੁਜੀ ਤ੍ਰਿਭੁਜਾਂ ਹਨ। ਠੀਕ ਹੈ ਜੀ, ਤੇ ਉਹ ਇੱਕੋ ਆਧਾਰ BC ਆਧਾਰ ਦੇ ਉੱਤੇ ਹਨ। ਠੀਕ ਹੈ, ਦੋਵੇਂ ਤ੍ਰਿਭੁਜ BC ਆਧਾਰ ਦੇ ਉੱਤੇ ਹਨ। A ਅਤੇ D BC ਦੇ ਇੱਕੋ ਪਾਸੇ ਹਨ, ਯਾਨੀ ਕਿ ਮੈਂ ਦੇਖੋ ਇੱਕੋ ਪਾਸੇ ਰੱਖੇ ਨੇ, ਉੱਪਰਲੇ ਪਾਸੇ ਰੱਖੇ ਆ, ਜਾਂ ਮੈਂ ਇਹਨਾਂ ਨੂੰ ਉੱਪਰਲੇ ਪਾਸੇ ਰੱਖਾਂਗਾ ਜਾਂ ਮੈਂ ਇਹਨਾਂ ਨੂੰ ਹੇਠਾਂ ਵਾਲੇ ਪਾਸੇ ਰੱਖਾਂਗਾ। ਠੀਕ ਹੈ ਵਿਦਿਆਰਥੀਓ, ਚਲੋ ਹੁਣ ਆਹ ਚੀਜ਼ ਆ ਗਈ ਸਾਡੇ ਕੋਲ। ਇਸ ਤੋਂ ਬਾਅਦ ਅਸੀਂ ਹੁਣ ਇਹ ਦੇਖਦੇ ਹਾਂ ਆਪਾਂ ਸਿੱਧ ਕੀ ਕਰਨਾ। ਸਭ ਤੋਂ ਪਹਿਲਾਂ ਉਹਨੇ ਕਿਹਾ ABD ਸਰਬੰਸਮ ਹੈ ACD, ਯਾਨੀ ਕਿ ਆਹ ਵਾਲੀ ਮੈਂ ਹਲਕਾ ਜਿਹਾ ਸ਼ੇਡ ਕਰ ਦਿੰਦਾ, ਆਹ ਵਾਲੀ ਤ੍ਰਿਭੁਜ ਨੂੰ ਇਸ ਤ੍ਰਿਭੁਜ ਦੇ ਨਾਲ ਜੋ ਹੈ ਅਸੀਂ ਸਰਬੰਸਮ ਕਰਨਾ ਹੈ। ਠੀਕ ਹੈ ਜੀ, ਹੁਣ ਸਭ ਤੋਂ ਪਹਿਲਾਂ ਅਸੀਂ ਚੱਕਦੇ ਹਾਂ ਪਹਿਲਾ ਪਾਰਟ। ਪਹਿਲੇ ਪਾਰਟ ਦੇ ਵਿੱਚ ਹੈ ਵਿਦਿਆਰਥੀਓ ਤ੍ਰਿਭੁਜ ADB ਅਤੇ ਤ੍ਰਿਭੁਜ ਦੇਖੋ ADB ਤੇ ADC, ਇਹਨਾਂ ਦੋ ਤ੍ਰਿਭੁਜਾਂ ਨੂੰ ਚੱਕ ਲਿਆ ਮੈਂ, ADB ਤੇ ADC ਤ੍ਰਿਭੁਜ ਨੂੰ। ਇਹਦੇ ਵਿੱਚ AB ਬਰਾਬਰ ਹੈ AC, ਇਹ ਸਾਨੂੰ ਦਿੱਤਾ ਹੈ। ਕਿਉਂ ਦਿੱਤਾ ਹੈ? ਦੇਖੋ ਜੀ AB ਬਰਾਬਰ AC ਉਹਨੇ ਮੈਨੂੰ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਤ੍ਰਿਭੁਜ ABC ਜਿਹੜੀ ਹੈਗੀ ਉਹ ਸਮਦੋਭੁਜੀ ਤ੍ਰਿਭੁਜ ਹੈ। ਇਹਦਾ ਮਤਲਬ ਆਹ ਵਾਲੀ ਭੁਜਾ ਇਸ ਭੁਜਾ ਦੇ ਬਰਾਬਰ ਹੈ। ਇਹ ਚੀਜ਼ ਮੈਂ ਇੱਥੇ ਲਿਖ ਦਿੱਤੀ। ਉਸ ਤੋਂ ਬਾਅਦ ਦੂਸਰੀ ਚੀਜ਼ ਮੈਨੂੰ ਕਹਿ ਰਿਹਾ ਹੈ, ਕਹਿੰਦਾ BD ਬਰਾਬਰ ਹੈ DC। ਆਹ ਦੇਖੋ ਆਹ ਵਾਲਾ BD ਆ DC ਦੇ ਬਰਾਬਰ ਹੈ। ਇਹ ਵੀ ਕਿਉਂ ਹੈ? ਕਿਉਂਕਿ ਇਹ ਵੀ ਸਾਨੂੰ ਦਿੱਤਾ ਹੈ। ਕਿਉਂ ਦਿੱਤਾ ਹੈ ਜੀ? ਦੇਖੋ ਇਹ ਕਿਉਂ ਦਿੱਤਾ ਹੈ? ਕਿਉਂਕਿ ਉਹਨੇ ਸਾਨੂੰ ਇੱਥੇ ਵੀ ਕਿਹਾ ਆ ਕਿ ਤ੍ਰਿਭੁਜ DBC ਇਹ ਵੀ ਕੀ ਹੈ? ਸਮਦੋਭੁਜੀ ਤ੍ਰਿਭੁਜ ਹੈ। ਇਸ ਦਾ ਭਾਵ ਇਹ ਹੋਇਆ ਕਿ BD ਬਰਾਬਰ DC ਹੈ। BD ਬਰਾਬਰ DC ਹੋਇਆ ਤੇ ਇਹ ਵੀ ਸਾਡੇ ਕੋਲ ਕੀ ਹੋ ਗਿਆ? ਸਾਡੇ ਕੋਲ ਦੋ ਤ੍ਰਿਭੁਜਾਂ ਬਰਾਬਰ ਹੋ ਗਏ। ਉਸ ਤੋਂ ਭਾਵ ਤੀਸਰੀ ਭੁਜਾ ਕਿਹੜੀ ਹੈ ਜੀ? AD ਬਰਾਬਰ AD। ਆ ਦੇਖੋ AD ਬਰਾਬਰ AD, ਇਹ ਕਿਉਂ ਹੈ ਜੀ? AD ਬਰਾਬਰ AD ਕਿਉਂਕਿ ਇਹ ਸਾਂਝੀ ਭੁਜਾ ਹੈ। ਜੇਕਰ ਇਹ ਸਾਂਝੀ ਭੁਜਾ ਹੈ ਤਾਂ ਇਸ ਦਾ ਅਰਥ ਇਹ ਹੋਇਆ ਕਿ ਇਹਨਾਂ ਦੋ ਤ੍ਰਿਭੁਜਾਂ ਦੀਆਂ ਤਿੰਨੋਂ ਸੰਗਤ ਭੁਜਾਵਾਂ ਦੂਸਰੀ ਤ੍ਰਿਭੁਜ ਦੀਆਂ ਸੰਗਤ ਭੁਜਾਵਾਂ ਦੇ ਬਰਾਬਰ ਹੋ ਗਈਆਂ ਹਨ। ਇਸ ਦਾ ਅਰਥ ਇਹ ਹੋਇਆ ਤ੍ਰਿਭੁਜ ADB ਸਰਬੰਸਮ ਹੈ ਤ੍ਰਿਭੁਜ ADC ਦੇ। ਠੀਕ ਹੈ, ਆ ਦੋਵੇਂ ਤ੍ਰਿਭੁਜਾਂ ਆਪਸ ਦੇ ਵਿੱਚ ਸਰਬੰਸਮ ਹੋ ਗਈਆਂ। ਲੇਕਿਨ ਵਿਦਿਆਰਥੀਓ ਇੱਕ ਗੱਲ ਯਾਦ ਰੱਖਿਓ ਹਮੇਸ਼ਾ, ਜਦੋਂ ਵੀ ਸਾਡੇ ਕੋਲ ਕਾਫੀ ਸਾਰੇ ਪੁਆਇੰਟ ਇੱਕ ਹੀ ਸਵਾਲ ਦੇ ਬਣਦੇ ਹੋਣ ਤਾਂ ਇਸ ਤੋਂ ਇਹ ਭਾਵ ਨਿਕਲਦਾ ਹੈ ਕਿ ਜਿਹੜੇ ਇਹਦੇ ਬਾਕੀ ਦੇ, ਜਿਹਦਾ ਮੰਨ ਲਓ ਪਹਿਲਾ ਆਪਾਂ ਸਿੱਧ ਕਰ ਦਿੱਤਾ ਤੇ ਪਹਿਲੇ ਦੇ ਜਿਹੜੇ ਰਿਜ਼ਲਟ ਹੈਗੇ ਨੇ ਉਹ ਦੂਜੇ ਦੇ ਵਿੱਚ ਇਸਤੇਮਾਲ ਹੋਣਗੇ, ਜਿਵੇਂ ਦੂਜੇ ਦੇ ਰਿਜ਼ਲਟ ਨੇ ਤੀਜੇ 'ਚ ਇਸਤੇਮਾਲ ਹੋ ਸਕਦੇ ਨੇ ਤੇ ਤੀਜੇ ਦੇ ਰਿਜ਼ਲਟ ਚੌਥੇ ਦੇ ਵਿੱਚ ਇਸਤੇਮਾਲ ਹੋ ਸਕਦੇ ਨੇ। ਠੀਕ ਹੈ ਜੀ, ਹੁਣ ਮੈਂ ਦੇਖਦਾ ਹਾਂ ਜੇਕਰ ਆਹ ਦੋ ਤ੍ਰਿਭੁਜਾਂ ਮੈਂ ਆਪਸ ਦੇ ਵਿੱਚ ਬਰਾਬਰ ਕੀਤੀਆਂ ਤੇ ਕਿਹੜੀ ਚੀਜ਼ ਜਿਹੜੀ ਹੈ ਕਿ ਮੇਰੇ ਕੰਮ ਆਏਗੀ। ਮੈਂ ਕੀ ਕਰਦਾ, ਇੱਧਰ ਵਾਲੇ ਕੋਣ ਨੂੰ ਕੋਣ 1 ਲਿਖ ਦਿੰਦਾ ਤੇ ਆਹ ਵਾਲੇ ਕੋਣ ਨੂੰ ਕੋਣ 2 ਲਿਖ ਦਿੰਦਾ ਤੇ ਇੱਥੇ ਲਿਖ ਦਿੰਦਾ ਕੋਣ 1 ਬਰਾਬਰ ਕੋਣ 2, ਕਾਰਨ ਹੈ CPCT। ਆ ਦੋਵੇਂ ਕੋਣ ਆਪਸ ਦੇ ਵਿੱਚ ਮੈਂ ਕੀ ਕਰ ਦਿੱਤੇ? ਬਰਾਬਰ ਕਰ ਦਿੱਤੇ। ਕਾਰਨ ਕੀ ਲਿਖਿਆ? CPCT। ਇਸ ਨੂੰ ਮੈਂ ਦੂਸਰਾ ਜਦੋਂ ਪ੍ਰਸ਼ਨ ਹੱਲ ਕਰਾਂਗਾ ਉਹਨੂੰ, ਇਸ ਚੀਜ਼ ਨੂੰ ਮੈਂ ਉੱਥੇ ਇਸਤੇਮਾਲ ਕਰਾਂਗਾ ਤੇ ਇਹਦਾ ਜਿਹੜਾ ਉੱਥੇ ਇਸਤੇਮਾਲ ਕਰਕੇ ਆਪਾਂ ਇਸ ਨੂੰ ਸਿੱਧ ਕਰਾਂਗੇ। ਹੁਣ ਕੋਣ 1 ਬਰਾਬਰ ਕੋਣ 2 ਅਸੀਂ ਮੰਨ ਲਿਆ। CPCT ਤੋਂ ਭਾਵ ਕੀ ਸੀਗਾ? ਕੋਰਸਪੋਂਡਿੰਗ ਪਾਰਟਸ ਆਫ ਕੰਗਰੂਐਂਟ ਟ੍ਰਾਇੰਗਲ, ਯਾਨੀ ਕਿ ਸੰਗਤ ਸਰਬੰਸਮ ਤ੍ਰਿਭੁਜਾਂ ਦੀਆਂ ਸੰਗਤ ਭੁਜਾਵਾਂ ਦੇ ਮਾਪ ਆਪਸ ਦੇ ਵਿੱਚ ਬਰਾਬਰ ਹੁੰਦੇ ਹਨ, ਕੋਣ ਵੀ ਆਪਸ ਦੇ ਵਿੱਚ ਬਰਾਬਰ ਹੁੰਦੇ ਹਨ। ਠੀਕ ਹੈ ਜੀ, ਭਾਗ ਬਰਾਬਰ ਹੁੰਦੇ ਹਨ, ਉਹਦੇ ਵਿੱਚ ਕੋਣ ਵੀ ਆ ਜਾਂਦੇ ਹਨ ਤੇ ਭੁਜਾਵਾਂ ਵੀ ਆ ਜਾਂਦੀਆਂ ਹਨ। ਠੀਕ ਹੈ, ਅੱਛਾ ਚਲੋ ਫਸਟ ਪਾਰਟ ਹੋ ਗਿਆ। ਸੈਕਿੰਡ ਪਾਰਟ ਦੇ ਦੇਖੋ ਹੁਣ ਮੈਂ ਕੋਣ 1 ਬਰਾਬਰ ਕੋਣ 2 ਮੈਂ ਇੱਥੇ ਮੈਂਸ਼ਨ ਕਰਤਾ, ਇਸ ਕਰਕੇ ਮੈਂ ਇਹਨੂੰ ਇੱਥੇ ਮਿਟਾ ਰਿਹਾ ਹਾਂ ਵਿਦਿਆਰਥੀਓ। ਠੀਕ ਹੈ ਜੀ, ਚਲੋ ਹੁਣ ਅਸੀਂ ਚੱਲਣਾ ਹੈ ਵਿਦਿਆਰਥੀਓ ਆਪਣੇ ਸੈਕਿੰਡ ਕੁਐਸਚਨ ਦੇ ਵੱਲ।
सेकंड पार्ट की है मेरे को, सेकंड पार्ट है मेरे को, सेकंड पार्ट में जो कह रहा है ए बी पी, ए बी पी यानी कि वो पूरी त्रिभुज की गल कर रहा है। ठीक है जी, इनू मिटा देने हल्का जिहा, इनू मिटा देने हैं। ਇਹਦਾ मतलब ਇਹ ਹੋਇਆ ਉਹ ए बी पी आ पूरी त्रिभुज की गल कर रहे हैं। इधर भी हो ए सी पी, इस तो भावे होया त्रिभुज ए बी पी ਅਤੇ त्रिभुज ए सी पी विच, इन्हां दो त्रिभुजां दे विच देखो की आएगा जी। सब तो पहलो आ देखो आ पूरी त्रिभुज ते आ वाली पूरी त्रिभुज दे ए बी बराबर है ए सी दिता है। देखो ਇਹਦਾ पिछले त्रिभुज ਦੇ ਵਿੱਚ ਵੀ ਦਿੱਤਾ ਹੈ ए बी बराबर ए सी, क्यों है? क्योंकि त्रिभुज ए बी सी सम दो भुजी त्रिभुज है। इस ਤੋਂ ਭਾਵੇਂ ਇਹਦੀਆਂ ਦੋ ਭੁਜਾਵਾਂ ਬਰਾਬਰ ਹਨ, ਉਹ ਮੈਂ ਇੱਥੇ ਲਿਖ ਦਿੱਤੀਆਂ ਕਿ ए बी बराबर ए सी जो है वो ਸਾਡੇ ਕੋਲ ਇੱਥੇ ਦਿੱਤਾ ਹੋਇਆ ਹੈ। ठीक है जी, ਉਸ ਤੋਂ ਬਾਅਦ ਕੀ ਹੋ ਗਿਆ ਜੀ, ए पी बराबर ए पी, ਇਸ ਨੂੰ ਮੈਂ ਲਿਖ ਦੇਣਾ ਇੱਥੇ ਸਾਂਝੀ ਭੁਜਾ। ठीक है, आ देखो पूरी भुजा साझी है, इस त्रिभुज ਦੇ ਵਿੱਚ ਵੀ ਹੈ ਤੇ ਇਸ त्रिभुज ਦੇ ਵਿੱਚ ਵੀ ਹੈ। जेकर ਤੁਸੀਂ ਇੱਥੇ ਦੇਖੋ AP ਤੇ ਇੱਥੇ ਵੀ ਦੇਖੋ ਤੇ AP, ਇਹਦਾ ਮਤਲਬ ਇਹ ਇੱਕ ਸਾਡੇ ਕੋਲ ਸਾਂਝੀ ਭੁਜਾ ਆ ਗਈ। ਤੇ ਕੋਣ ਇੱਕ ਬਰਾਬਰ ਕੋਣ ਦੋ ਸਿੱਧ ਕੀਤਾ, ਇਹ ਤਾਂ ਮੈਂ ਸਿੱਧ ਕਰ ਚੁੱਕਾ। ਦੇਖੋ ਜਦੋਂ ਮੈਂ ਇਸ ਤੋਂ ਪਹਿਲਾ ਪਾਰਟ ਪਾ ਕੀਤਾ ਸੀ ਉਹਦੇ ਵਿੱਚ ਮੈਂ ਲਿਖ ਦਿੱਤਾ ਸੀ ਕੋਣ ਇੱਕ ਬਰਾਬਰ ਕੋਣ ਦੋ ਹੈ। ਹੁਣ ਦੇਖੋ ਕੀ ਹੋਇਆ, ਇਹਨਾਂ ਦੋ त्रिभुजां ਦੇ ਵਿੱਚ ਆ ਭੁਜਾ ਬਰਾबर आ कोण बराबर आ भुजा बराबर, आ भुजा बराबर आ कोण बराबर आ भुजा बराबर। इस तो भावे होया कि त्रिभुज ए बी पी सर्वंगसम है त्रिभुज ए सी पी दे कारण है भुजा कोण भुजा, भुजा कोण भुजा ਇਹਦਾ कारण है। ਤੇ ਜੇਕਰ ਇਹਦਾ ਕਾਰਨ ਭੁਜਾ ਕੋਣ ਭੁਜਾ ਹੈ ਤਾਂ ਇਸ ਤੋਂ ਭਾਵ ਇਹ ਹੋਇਆ ਕਿ ਇਸ ਦੇ ਵਿੱਚ ਜਿਹੜੇ ਸੰਗਤ ਪਾਰਟ ਨੇ ਉਹਦੇ ਉਹ ਦੂਸਰੇ त्रिभुज ਦੇ ਸੰਗਤ ਭਾਗਾਂ ਦੇ ਬਰਾਬਰ ਹੋਣਗੇ। ਹੁਣ ਕੀ ਆ, ਸਾਨੂੰ ਉਹਨੇ ਕਿਹਾ ਕਿ AP ਦੇ ਵਿੱਚ AP ਜੋ ਹੈ ਉਹ ਕੋਣ A ਅਤੇ ਕੋਣ D ਨੂੰ ਸਮਦੋਭਾਜਿਤ ਕਰਦੀ ਹੈ। ਇਸ ਨੂੰ ਵੀ ਅਸੀਂ ਇੱਥੇ ਸਿੱਧ ਕਰਨਾ ਚਾਹੁੰਦੇ ਹਾਂ। ਠੀਕ ਹੈ ਜੀ, ਕੋਈ ਗੱਲ ਨਹੀਂ, ਆਪਾਂ ਇਹਨੂੰ ਵੀ ਇੱਥੇ ਸਿੱਧ ਕਰਾਂਗੇ। ਇਹਦੇ ਵਿੱਚ ਆਪਾਂ ਕੀ ਕੀਤਾ ਵਿਦਿਆਰਥੀਓ, ਹੁਣ ਆਪਾਂ ਇਹਦੇ ਵਿੱਚ ਕੀ ਲੈ ਕੇ ਚੱਲਾਂਗੇ। ਦੇਖੋ ਇਹਦੇ ਵਿੱਚ ਮੈਂ ਆ ਚੀਜ਼ ਕਰ ਲਵਾਂ, ਇੱਕ 5 ਲੈ ਲਵਾਂ, ਇਹਨੂੰ 6 ਇਹਨੂੰ 3 ਤੇ 4 ਲੈ ਲੈਣੇ ਆ। ਇਹ 3 ਹੋ ਗਿਆ, ਇਹ 4 ਹੋ ਗਿਆ। ਇਸ ਤੋਂ ਭਾਵ ਇਹ ਹੋਇਆ ਕਿ ਕੋਣ 3 ਬਰਾਬਰ ਕੋਣ 4, ਇਹਨੂੰ ਵੀ ਮੈਂ CP CT ਕਰ ਲੈਣਾ ਕਿ ਦੇਖੋ ਇਹ ਭੁਜਾ ਦਾ ਇੱਧਰਲਾ ਭਾਗ ਤੇ ਇੱਧਰਲਾ ਭਾਗ ਦੋਨੋਂ ਕੋਣ ਆਪਸ ਦੇ ਵਿੱਚ ਬਰਾਬਰ ਹਨ। ਕਾਰਨ ਇਹ ਹੋ ਗਿਆ ਕੋਰਸਪੋਂਡਿੰਗ ਪਾਰਟਸ ਆਫ ਕੌਂਗਰੂਐਂਟ ਟ੍ਰਾਇੰਗਲ। ਤੇ ਇੱਕ ਹੋਰ ਚੀਜ਼ ਮੈਂ ਯੂਜ਼ ਕਰ ਲੈਣਾ ਕਿ BP ਬਰਾबर है PC ਦੇ। ठीक है जी, आ चीज भी यूज कर लिया। BP ਜਿਹੜਾ ਹੈ ਉਹ PC ਦੇ ਬਰਾਬਰ ਹੈ। ਕਿਉਂ ਬਰਾਬਰ ਹੈ? ਕਿਉਂਕਿ ਆ ਵਾਲੀ त्रिभुज ਇਸ त्रिभुज ਦੇ ਸਰਵੰਗਸਮ ਮੈਂ ਸਿੱਧ ਕਰ ਚੁੱਕਾ ਹਾਂ। ਇਹਨਾਂ ਦੋਨਾਂ ਚੀਜ਼ਾਂ ਨੂੰ ਮੈਂ ਅਗਲਾ ਪਾਰਟ ਜਿਹੜਾ ਹੈ ਉਹਦੇ ਵਾਸਤੇ ਜਦੋਂ ਸਿੱਧ ਕਰਾਂਗਾ ਉਦੋਂ ਮੈਂ ਇਹਨੂੰ ਇਸਤੇਮਾਲ ਕਰਾਂਗਾ। ਇਸ ਦਾ ਮਤਲਬ ਮੈਂ ਇੱਥੇ ਨਿਸ਼ਾਨ ਲਗਾ ਦਵਾਂ, ਆ ਵਾਲਾ ਹਿੱਸਾ ਇਸ ਹਿੱਸੇ ਦੇ ਬਰਾਬਰ ਹੈ। BP ਬਰਾਬਰ ਹੈ PC ਦੇ, ਤੇ ਇਹ ਵਾਲਾ ਜਿਹੜਾ ਆਪਣੇ ਕੋਲ ਹੈ ਕੋਣ 1 ਬਰਾਬਰ ਕੋਣ 2 ਹੋ ਗਿਆ। ਇਹ 3 ਇਹ 4 ਲੈ ਲਿਆ ਤੇ ਸਿੱਧ ਆਪਾਂ ਹੁਣ ਕੀ ਕਰਨਾ 5 ਅਤੇ 6। ठीक है जी, 5 ਅਤੇ 6 ਨੂੰ ਮੈਂ ਸਿੱਧ ਕਰਨਾ। ਚਲੋ ਹੁਣ ਆਪਾਂ ਇਸ ਨੂੰ ਸਿੱਧ ਕਰਨ ਤੋਂ ਪਹਿਲਾਂ ਆਪਾਂ ਅੱਗੇ ਚੱਲਦੇ ਹਾਂ। ਇਸ ਤੋਂ ਅੱਗੇ ਚੱਲਦੇ ਹਾਂ ਵਿਦਿਆਰਥੀਓ, ਉਹਨੂੰ ਕੀ ਕਰਨਾ ਹੈ ਆਪਾਂ ਹੁਣ ਨੈਕਸਟ ਕਰੀਏ ਜੀ ਅੱਗੇ। ਚਲੋ ਜੀ, ਨੈਕਸਟ ਜਿਹੜਾ ਹੈ ਵਿਦਿਆਰਥੀਓ ਸਾਡੇ ਕੋਲ ਅਗਲਾ ਪਾਰਟ ਹੈ AP ਜੋ ਹੈ ਉਹ ਕੋਣ A ਅਤੇ ਕੋਣ D ਨੂੰ ਸਮਦੋਭਾਜਿਤ ਕਰਦਾ ਹੈ। ਦੇਖੋ ਕੋਣ A ਦਾ ਤਾਂ ਸਿੱਧ ਹੋ ਗਿਆ ਜੀ, ਕੋਣ A ਦਾ ਤਾਂ ਸਿੱਧ ਹੋ ਗਿਆ ਕਿ ਕੋਣ A ਨੂੰ ਸਮਦੋਭਾਜਿਤ ਕਰਦਾ ਹੈ, ਲੇਕਿਨ ਕੋਣ D ਨੂੰ ਸਮਦੋਭਾਜਿਤ ਕਰਦਾ ਹੈ ਇਹਦੇ ਬਾਰੇ ਨਹੀਂ ਕੁਝ ਕਹਿ ਸਕਦੇ ਹਾਂ ਜੀ। ਠੀਕ ਹੈ ਜੀ, ਉਹਦੇ ਵਾਸਤੇ ਕੀ ਇੱਕ ਹੋਰ ਚੀਜ਼ ਹੈ, ਆਹ ਦੋ ਚੀਜ਼ਾਂ ਆਪਸ ਦੇ ਵਿੱਚ ਜਿਹੜੇ ਹਨ ਉਹ ਸਮਦੋਭਾਜਿਤ ਮਤਲਬ ਇਹ ਆਪਾਂ ਲਾਸਟ ਟ੍ਰਾਇੰਗਲ ਦੇ ਵਿੱਚ ਆਪਣੇ ਪਾਰਟ ਦੇ ਵਿੱਚ ਪ੍ਰੂਫ ਕਰ ਲਏ ਸੀਗੇ। ਇਸ ਪਾਰਟ ਦੇ ਵਿੱਚ ਹੁਣ ਮੈਂ ਕੀ ਕਰਦਾ ਹਾਂ, ਇੱਥੇ ਮੈਂ ਦੋ ਟ੍ਰਾਇੰਗਲ ਜਿਹੜੀਆਂ ਹੈਗੀਆਂ ਉਹ ਚੱਕ ਲੈਣਾ। ਠੀਕ ਹੈ ਜੀ, ਪਹਿਲੀ ट्रायंगल ਚੱਕ ਲੈਣਾ ਮੈਂ ਆਹ ਵਾਲੀ, ਦੂਸਰੀ ट्रायंगल ਚੱਕ ਲੈਣਾ ਆਹ ਵਾਲੀ। ਠੀਕ ਹੈ, ਅੰਦਰ ਵਾਲੀ ट्रायंगल ਕਿਹੜੀ ट्रायंगल त्रिभुज DBP ਅਤੇ त्रिभुज DBP ਤੇ DCP ਆ ਦੋ त्रिभुजां ਚੱਕ ਲਈਆਂ। ਧਿਆਨ ਨਾਲ ਦੇਖਿਓ, ਜਿਹੜਾ BD ਬਰਾਬਰ ਹੈ CD ਇਹ ਸਾਨੂੰ ਦਿੱਤਾ ਹੈ ਕਿਉਂਕਿ ਜਦੋਂ ਸਵਾਲ ਕੀਤਾ ਸੀ ਉਦੋਂ DBC ਨੂੰ ਅਸੀਂ ਕੀਤਾ ਸੀ ਸਮ ਦੋ ਭੁਜੀ त्रिभुज है ਤੇ ਆ ਦੋ ਭੁਜਾਵਾਂ ਆਪਸ ਦੇ ਵਿੱਚ ਬਰਾਬਰ ਹੈ। ਠੀਕ ਹੈ ਜੀ, BD ਬਰਾबर CD ਹੋ ਗਿਆ ਆਪਣੇ ਕੋਲ ਪਹਿਲੀ ਚੀਜ਼। ਦੂਸਰੀ ਚੀਜ਼ DP ਬਰਾबर DP, ਇਹ ਕੀ ਹੈ ਜੀ ਸਾਡੇ ਕੋਲ, ਇਹ ਸਾਂਝੀ ਭੁਜਾ ਹੈ। ਠੀਕ ਹੈ ਜੀ, ਤੀਸਰੀ ਕੀ ਸੀਗਾ ਜੀ BP ਬਰਾबर PC, ਆ BP ਬਰਾबर PC ਇਹ ਸਿੱਧ ਕੀਤਾ।
ਇਹ ਤੋਂ ਪਿਛਲੇ ਪਾਠ ਦੇ ਵਿੱਚ ਇਹ ਚੀਜ਼ ਆਪਾਂ ਜਿਹੜੀ ਹੈਗੀ ਉਹ ਸਿੱਧ ਕਰ ਚੁੱਕੇ ਹੋਏ ਆ। ਤੇ ਇਸ ਤੋਂ ਭਾਵ ਇਹ ਹੋਇਆ ਵਿਦਿਆਰਥੀਓ त्रिभुज DBP ਸਰਵੰਸਮ ਹੈ त्रिभुज DCP ਦੇ। ਆ ਦੋਵੇਂ ਛੋਟੀਆਂ ਤ੍ਰਿਭੁਜਾਂ ਵੀ ਆਪਸ ਦੇ ਵਿੱਚ ਕੀ ਹੋ ਗਈਆਂ, ਸਰਵੰਸਮ ਹੋ ਗਈਆਂ। ਕਾਰਨ ਹੈਗਾ SSS, ਤਿੰਨੋਂ ਭੁਜਾਵਾਂ ਆਪਸ ਦੇ ਵਿੱਚ ਸੰਗਤ ਭੁਜਾਵਾਂ ਆਪਸ ਦੇ ਵਿੱਚ ਕੀ ਹਨ, ਬਰਾਬਰ ਹਨ ਦੋਨਾਂ ਤ੍ਰਿਭੁਜਾਂ ਦੀਆਂ। ਇਸ ਤੋਂ ਭਾਵ ਇਹ ਹੋਇਆ ਕੋਣ 5 ਬਰਾਬਰ ਕੋਣ 6, ਕੋਣ 5 ਬਰਾਬਰ ਕੋਣ 6 ਆ ਗਿਆ ਨਾ ਜੀ। ਜੇ ਕੋਣ 5 ਬਰਾਬਰ ਕੋਣ 6 ਆ ਗਿਆ ਤਾਂ ਇਸ ਤੋਂ ਭਾਵ ਕੀ ਹੋਇਆ ਜੀ, ਆ ਹੋ ਗਿਆ ਨਾ। ਇਸ ਤੋਂ ਭਾਵ ਕੀ ਹੋ ਗਿਆ, ਹੁਣ ਆ ਦੋਨੋਂ ਚੀਜ਼ਾਂ ਵੀ ਆਪਸ ਦੇ ਵਿੱਚ ਬਰਾਬਰ ਹੋ ਗਈਆਂ। ਤੇ ਹੁਣ ਸਾਡੇ ਕੋਲ ਕੀ ਬਚ ਗਿਆ, ਅਸੀਂ ਕੋਣ 1 ਕੋਣ 2 ਦੇ ਬਰਾਬਰ ਆਪਣੇ ਸਭ ਤੋਂ ਪਹਿਲੇ ਪਾਠ ਦੇ ਵਿੱਚ ਕਰ ਚੁੱਕੇ ਹਾਂ। ਕੋਣ 5 ਬਰਾਬਰ ਕੋਣ 6 ਜੋ ਹੈ ਉਹ ਆਪਾਂ ਇਸ ਪਾਠ ਦੇ ਵਿੱਚ ਕਰ ਚੁੱਕੇ ਹਾਂ। ਇਸ ਦਾ ਭਾਵ ਇਹ ਹੋਇਆ ਕਿ ਤੀਸਰਾ ਭਾਗ AP ਕੋਣ A ਅਤੇ ਕੋਣ D ਨੂੰ ਸਮਦੋਭਾਜਿਤ ਕਰਦੀ ਹੈ, ਇਹ ਸਿੱਧ ਹੋ ਚੁੱਕਾ ਹੋਇਆ ਹੈ। ਦੇਖੋ ਸਮਦੋਭਾਜਿਤ ਦਾ ਮਤਲਬ ਇਹੀ ਹੋਇਆ ਨਾ, ਕੋਣ A ਨੂੰ ਬਰਾਬਰ 2 ਹਿੱਸਿਆਂ 'ਚ ਵੰਡੇਗੀ। ਬਰਾਬਰ 2 ਹਿੱਸਿਆਂ 'ਚ ਵੰਡਣ ਦਾ ਮਤਲਬ ਕੀ ਹੋਇਆ, ਕੋਣ 1 ਬਰਾਬਰ ਕੋਣ 2। ਕੋਣ D ਨੂੰ ਸਮਦੋਭਾਜਿਤ ਕਰਦੀ ਹੈ, ਮਤਲਬ ਕੋਣ D ਨੂੰ ਬਰਾਬਰ 2 ਹਿੱਸਿਆਂ 'ਚ ਵੰਡਦੀ ਹੈ। ਇਸ ਦਾ ਅਰਥ ਹੈ 5 ਬਰਾਬਰ 6, 5 ਬਰਾਬਰ 6, ਯਾਨੀ ਕਿ ਭਾਗ 3 ਜਿਹੜਾ ਹੈਗਾ ਆ ਉਹ ਵੀ ਸਾਡਾ ਕੀ ਹੈ, ਸਿੱਧ ਹੋ ਚੁੱਕਾ ਹੋਇਆ ਹੈ। ਠੀਕ ਹੈ ਵਿਦਿਆਰਥੀਓ, ਚਲੋ ਅਸੀਂ ਚੱਲਦੇ ਹਾਂ ਵਿਦਿਆਰਥੀਓ ਹੁਣ ਆਪਣੇ ਭਾਗ 4 ਦੇ ਵੱਲ। ਭਾਗ 4 ਜਿਹੜਾ ਹੈ ਸਾਡਾ ਉਹ ਇਸ ਪ੍ਰਸ਼ਨ ਦਾ ਜਿਹੜਾ ਹੈ ਆਖਰੀ ਭਾਗ ਹੈ, ਉਹਨੂੰ ਦੇਖਦੇ ਹਾਂ ਆਪਾਂ। ਦੇਖੋ ਉਹਦੇ ਵਿੱਚ ਕੀ ਹੈ ਸਾਡੇ ਕੋਲ, AB ਉਹਨੇ ਕਿਹਾ AP ਜੋ ਹੈ ਭੁਜਾ BC ਨੂੰ ਲੰਬ ਸਮਦੋਭਾਜਿਤ ਕਰਦੀ ਹੈ। ਦੇਖੋ ਆ ਜਿਹੜਾ ਹਿੱਸਾ ਹੈ ਸਮਦੋਭਾਜਿਤ ਕਰਦੀ ਹੈ, ਇਹ ਤਾਂ ਮੈਂ ਕਰ ਚੁੱਕਾ ਹਾਂ। ਠੀਕ ਹੈ ਜੀ, ਅਸੀਂ ਚੌਥੇ ਪਾਠ ਨੂੰ ਕਰਨ ਤੋਂ ਪਹਿਲਾਂ ਅਸੀਂ ਕੀ ਕੀਤਾ, BP ਬਰਾਬਰ PC ਸਿੱਧ ਕੀਤਾ। ਇਹ ਤਾਂ ਮੈਂ ਸਿੱਧ ਕਰ ਚੁੱਕਾ ਹਾਂ ਜੀ। BP ਬਰਾਬਰ PC ਨੂੰ ਮੈਂ ਸਿੱਧ ਕਰ ਚੁੱਕਾ ਹਾਂ, ਇਹ ਤੋਂ ਪਿਛਲੇ ਪਾਠ ਦੇ ਵਿੱਚ ਮੈਂ ਸਿੱਧ ਕਰ ਚੁੱਕਾ ਹਾਂ। ਠੀਕ ਹੈ ਜੀ, ਉਸ ਤੋਂ ਬਾਅਦ ਮੈਂ ਹੋਰ ਕੀ ਕੀਤਾ, ਕੋਣ 3 ਬਰਾਬਰ ਕੋਣ 4। ਕਿਉਂ ਹੈ ਜੀ, ਕਿਉਂਕਿ ਜਦੋਂ ਮੈਂ ਪਿਛਲਾ ਵਾਲੀ ਟ੍ਰਾਇੰਗਲ ਸਿੱਧ ਕੀਤੀ ਸੀ, ਕੰਗਰੂਐਂਟ ਕੀਤੀ ਸੀ, ਇਹ ਵੀ ਮੇਰੇ ਕੋਲ ਸਿੱਧ ਹੋ ਚੁੱਕੀ ਹੋਈ ਹੈ ਜੀ, ਸਿੱਧ ਕੀਤਾ। ਜੇਕਰ ਕੋਣ 3 ਬਰਾਬਰ ਕੋਣ 4, ਇਹ ਵੀ ਮੈਂ ਪਿੱਛੇ ਸਿੱਧ ਕਰ ਚੁੱਕਾ ਹਾਂ, ਕਿਉਂਕਿ ਤ੍ਰਿਭੁਜਾਂ ਜਦੋਂ ਬਰਾਬਰ ਕੀਤੀ ਅਸੀਂ ਉਹ ਸਿੱਧ ਕਰ ਚੁੱਕਾ ਸੀ। ਹੁਣ ਇਹਦੇ ਵਿੱਚ ਇੱਕ ਗੱਲ ਯਾਦ ਰੱਖਿਓ, ਕੋਣ 3 ਤੇ ਕੋਣ 4 ਤਾਂ ਲਿਖੀ ਜੋੜੇ ਨੇ। ਇਸ ਤੋਂ ਭਾਵ ਇਹ ਹੋਇਆ ਕੋਣ 3 ਜਮਾ ਕੋਣ 4 ਬਰਾਬਰ 180 ਡਿਗਰੀ, ਪਰ ਕਿਉਂਕਿ ਇਹ ਦੋਨੋਂ ਬਰਾਬਰ ਨੇ ਇਸ ਕਰਕੇ ਇਹਨੂੰ ਟਵਾਈਸ ਕੋਣ 3 ਯਾਨੀ ਕਿ ਕੋਣ 3 ਦਾ ਦੁਗਣਾ ਬਰਾਬਰ 180 ਡਿਗਰੀ। ਕੋਣ 3 ਬਰਾਬਰ 180 ਬਟਾ 2, ਕੋਣ 3 ਬਰਾਬਰ ਕਿੰਨਾ ਆ ਗਿਆ, 90 ਡਿਗਰੀ। ਜੇ ਕੋਣ 3 90 ਡਿਗਰੀ ਹੈ ਤਾਂ ਕੋਣ 4 ਵੀ ਵਿਦਿਆਰਥੀਓ ਕਿੰਨਾ ਆ ਜਾਏਗਾ, 90 ਡਿਗਰੀ। ਕੋਣ 3 ਵੀ 90 ਆ ਗਿਆ, ਕੋਣ 4 ਵੀ 90 ਆ ਗਿਆ ਤੇ BP ਬਰਾਬਰ PC ਆ ਗਿਆ। ਤੇ ਇਸ ਤੋਂ ਭਾਵ ਇਹ ਹੋਇਆ ਵਿਦਿਆਰਥੀਓ ਕਿ ਜੋ AP ਹੈ ਉਹ ਭੁਜਾ BC ਨੂੰ ਲੰਬ, ਦੇਖੋ ਲੰਬ ਹੋ ਗਿਆ ਜੀ 90 ਡਿਗਰੀ, ਸਮਦੋਭਾਜਿਤ ਕਰਦੀ ਹੈ, ਯਾਨੀ ਕਿ BP ਬਰਾਬਰ PC ਆਪਾਂ ਕਰ ਲਿਆ ਹੈ। ਭਾਵੇਂ ਕਿ ਆਪਾਂ ਚਾਰੋਂ ਪਾਠ ਜਿਹੜੇ ਹੈਗੇ ਨੇ ਵਿਦਿਆਰਥੀਓ ਕਰ ਲਏ ਹੋਏ ਨੇ। ਅਸੀਂ ਇਹ ਦੇਖਿਆ ਵਿਦਿਆਰਥੀਓ ਕਿ ਸਵਾਲ ਚਾਹੇ ਲੰਬਾ ਚੱਲ ਰਿਹਾ ਹੈ, ਲੇਕਿਨ ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਥੋੜਾ ਸਿਸਟਮੈਟਿਕਲ ਢੰਗ ਨਾਲ ਕਰਨਾ ਸ਼ੁਰੂ ਕਰਦੇ ਨੇ, ਇੱਕ ਇੱਕ ਕਰਕੇ ਕਰਨਾ ਸ਼ੁਰੂ ਕਰ ਦਿੰਦੇ, ਹਰੇਕ ਲੜੀ ਇਹ ਵਾਲਾ ਸਵਾਲ ਦਾ ਜਵਾਬ ਇਹਦੇ ਨਾਲ ਜੁੜਿਆ ਸੀ, ਇਸ ਦੇ ਜਿਹੜੇ ਜਵਾਬ ਸੀ ਉਹਦੇ ਨਾਲ ਜੁੜੇ ਸੀ, ਇਸ ਦੇ ਜਿਹੜੇ ਜਵਾਬ ਸੀ ਉਹਦੇ ਨਾਲ ਜੁੜੇ ਸੀ। ਹਰੇਕ ਸਵਾਲ ਇੱਕ ਦੂਜੇ ਨਾਲ ਇੰਟਰਲਿੰਕਡ ਹੈਗਾ ਆ। ਤੇ ਜੇਕਰ ਆਪਾਂ ਪਹਿਲੀ ਚੀਜ਼ ਨੂੰ ਸਮਝ ਲਈਏ ਤਾਂ ਸਾਰੇ ਸਵਾਲ ਨੂੰ ਕਰਨਾ ਬੜਾ ਸੌਖਾ ਹੋ ਜਾਏਗਾ। ਆਓ ਵਿਦਿਆਰਥੀਓ ਚੱਲਦੇ ਹਾਂ ਆਪਣੇ ਇੱਕ ਹੋਰ ਪ੍ਰਸ਼ਨ ਦੇ ਵੱਲ। ਅਗਲਾ ਪ੍ਰਸ਼ਨ ਜਿਹੜਾ ਹੈ ਵਿਦਿਆਰਥੀਓ ਉਹ ਵੀ ਸਾਡਾ ਲਗਭਗ ਇਸੇ ਤਰ੍ਹਾਂ ਦਾ ਹੈ, ਲੇਕਿਨ ਉਹ ਐਡਾ ਲੰਬਾ ਨਹੀਂ ਹੋਵੇਗਾ। ਇਹ ਮੈਂ ਜਾਣ ਕੇ ਤੁਹਾਡੇ ਵਾਸਤੇ ਚੂਜ਼ ਕੀਤਾ ਸੀਗਾ ਕਿ ਅਸਲ ਦੇ ਵਿੱਚ ਇੱਕ ਸਵਾਲ ਦੇ ਵਿੱਚ 4 ਸਵਾਲ ਕੀਤੇ ਨੇ। ਇਹਨੂੰ ਤੁਸੀਂ ਇੱਕ ਸਵਾਲ ਨਾ ਸਮਝਿਓ ਕਿ ਇੱਕ ਸਵਾਲ ਹੋਇਆ, ਇੱਕ ਸਵਾਲ ਦੇ ਵਿੱਚ 4 ਅਲੱਗ-ਅਲੱਗ ਸਵਾਲ ਜਿਹੜੇ ਹੈਗੇ ਨੇ ਉਹ ਬਾਅਦ ਵਿੱਚ ਹੱਲ ਕੀਤੇ ਨੇ। ਠੀਕ ਹੈ ਜੀ, ਅਗਲਾ ਪ੍ਰਸ਼ਨ ਜਿਹੜਾ ਹੈ ਵਿਦਿਆਰਥੀਓ ਉਹ ਲਿਖਦੇ ਹਾਂ ਅਸੀਂ। ਅਗਲੇ ਪ੍ਰਸ਼ਨ ਦੇ ਵਿੱਚ ਉਹ ਸਾਨੂੰ ਕਹਿ ਰਿਹਾ ਹੈ ਕਿ AD ਸਮਦੋਭੁਜੀ ਤ੍ਰਿਭੁਜ ABC ਦਾ ਸਿਖਰ ਲੰਬ ਹੈ। ਸਿਖਰ ਲੰਬ ਹੈ, ਠੀਕ ਹੈ ਜੀ। ਸਿਖਰ ਲੰਬ ਉਹਨੇ ਦਿੱਤਾ ਹੋਇਆ ਆ ਜਿਸ ਵਿੱਚ AB ਬਰਾਬਰ ਹੈ AC। ਠੀਕ ਹੈ ਜੀ, ਜਿਸ ਵਿੱਚ AB ਬਰਾਬਰ ਹੈ AC। ਤਾਂ ਸਿੱਧ ਕਰਨਾ ਆਪਾਂ, ਸਿੱਧ ਕਰੋ ਕੀ ਸਿੱਧ ਕਰਨਾ ਆਪਾਂ, ਪਹਿਲੀ ਚੀਜ਼ AD BC ਨੂੰ ਸਮਦੋਭਾਜਿਤ ਕਰਦੀ ਹੈ ਤੇ ਸੈਕਿੰਡ ਚੀਜ਼ ਹੈ ਸਾਡੇ ਕੋਲ AD ਕੋਣ A ਨੂੰ ਸਮਦੋਭਾਜਿਤ ਕਰਦੀ ਹੈ। ਠੀਕ ਹੈ ਜੀ, ਇਹਦੇ ਵਿੱਚ ਵਿਦਿਆਰਥੀਓ ਅਸੀਂ ਇਹਦਾ ਚਿੱਤਰ ਇੱਥੇ ਬਣਾ ਲੈਂਦੇ ਹਾਂ। ਠੀਕ ਹੈ ਜੀ, ਆ ਸਾਡੇ ਕੋਲ ਇੱਕ ਚਿੱਤਰ ਬਣ ਗਿਆ ਹੈ।
ਇਹ ਹੈ ਸਾਡੇ ਕੋਲ A B C ਉਹਨੇ ਇਹੀ ਕਿਹਾ ਨਾ AD ਸਮਝੋ ਜਿਹਦਾ ਸਿਖਰ ਲੰਬ ਹੈ ਆ AD ਨੂੰ ਸਿਖਰ ਲੰਬ ਬਣਾ ਲੈਂਦੇ ਆ ਜੀ ਇਹਦਾ ਮਤਲਬ ਆ 90 ਡਿਗਰੀ ਇੱਧਰ ਵੀ ਤੇ 90 ਡਿਗਰੀ ਇੱਧਰ ਵੀ ਠੀਕ ਹੈ ਜੀ ਦੱਸ ਜਿਸ ਵਿੱਚ AB ਬਰਾਬਰ AC ਹੈ ਆ AB ਬਰਾਬਰ AC ਹੈ सिद्ध करो कि AD BC ਨੂੰ ਸਮ ਤੋਂ ਭਾਜਿਤ ਕਰਦੀ ਹੈ ਦੇਖੋ ਕਿੰਨਾ ਸੌਖਾ ਸਵਾਲ ਹੈ ਤੁਹਾਨੂੰ ਦੇਖਣ ਨੂੰ ਬੜਾ ਲੈਂਥੀ ਤੇ ਲੰਬਾ ਲੱਗਦਾ ਹੋਵੇਗਾ ਮੈਂ 1 ਮਿੰਟ ਦੇ ਵਿੱਚ ਇਹ ਸਵਾਲ ਕਰ ਸਕਦਾ ਵਰਬਲੀ ਕੱਢ ਸਕਦਾ ਠੀਕ ਹੈ ਜੀ ਤੇ ਤੁਸੀਂ ਵੀ ਕੱਢ ਸਕਦੇ ਹੋ ਕਾਰਨ ਅਸੀਂ ਅੱਜ ਦਾ ਜਿਹੜਾ ਦੂਸਰੀ ਚੀਜ਼ ਕੀਤੀ ਸੀ ਉਹ ਕੀਤੀ ਸੀ RHS यानी कि समकोण देखो दोनों पासे सब दो त्रिभुजा ने दोनों से समकोण आ गया बिल्कुल आ गया कर्ण दोनों का कर्ण बराबर देखो समकोण के सामने वाली भुजा ਨੂੰ कर्ण कहते हैं ठीक है जी दोनों का कर्ण बराबर आ गया ਦਿੱਤਾ ਹੋਇਆ ਜੀ ਇੱਕ ਭੁਜਾ ਆ ਦੇਖੋ AD ਬਰਾਬਰ AD ਤੇ ਸਾਂਝੀ ਭੁਜਾ ਇਹ ਵੀ ਬਰਾਬਰ ਦਿੱਤੀ ਹੋਈ ਹੈ ਇਸ ਦਾ ਅਰਥ ਹੈ ਇਹ ਦੋਵੇਂ ਚੀਜ਼ਾਂ ਜਿਹੜੀਆਂ ਹੈ ਆਪਸ ਦੇ ਵਿੱਚ ਸਰਵੰਸਮ ਹੋ ਸਕਦੀਆਂ ਹਨ ਤਾਂ ਆਪਾਂ ਲਿਖਾਂਗੇ ਤ੍ਰਿਭੁਜ ABD ਅਤੇ ਤ੍ਰਿਭੁਜ ACD ਵਿੱਚ ਇਹਨਾਂ ਦੋਨਾਂ ਦੇ ਵਿੱਚ ਕੀ ਹੈ AB ਬਰਾਬਰ AC ਇਹਨੂੰ ਨੰਬਰ 1 ਲਿਖ ਲਿਆ ਇੱਥੇ ਲਿਖਦਾ ਦਿੱਤਾ ਹੈ ਠੀਕ ਹੈ ਜੀ ਦੂਸਰੀ ਚੀਜ਼ ਆਪਾਂ ਲਿਖਾਂਗੇ ਕੋਣ ਇਹਨੂੰ 1 ਨੰਬਰ ਦੇ ਇਹਨੂੰ 2 ਨੰਬਰ ਦੇ 1 ਬਰਾਬਰ ਕੋਣ 2 ਬਰਾਬਰ 90 ਡਿਗਰੀ ਇਹ ਵੀ ਕੀ ਹੈ ਦਿੱਤਾ ਹੈ ਠੀਕ ਹੈ ਜੀ ਤੀਸਰੀ ਚੀਜ਼ ਕੀ ਹੈ AD ਬਰਾਬਰ AD ਠੀਕ ਹੈ ਜੀ ਇਹ ਕੀ ਹੈ ਜੀ ਸਾਂਝੀ ਭੁਜਾ ਇਹ ਸਾਂਝੀ ਭੁਜਾ ਹੋ ਗਈ ਜੀ ਠੀਕ ਹੈ ਜੀ ਇਸ ਤੋਂ ਭਾਵ ਇਹ ਹੋਇਆ ਕਿ ਤ੍ਰਿਭੁਜ ABD ਸਰਵੰਸਮ ਹੈ ਤ੍ਰਿਭੁਜ ACD ਦੇ ਤੇ ਕਾਰਨ ਹੈ ਵਿਦਿਆਰਥੀਓ RHS ਦੇਖੋ ਅਸੀਂ ਇਹਨਾਂ ਦੋ ਤ੍ਰਿਭੁਜਾਂ ਦੇ ਵਿੱਚ ਪਹਿਲਾ ਸਮਕੋਣ ਹੋ ਗਿਆ ਜੀ ਦੂਸਰਾ ਕर्ण ਹੋ ਗਿਆ ਤੇ ਤੀਸਰੀ ਇੱਕ ਭੁਜਾ ਹੋ ਗਈ ਅਸੀਂ ਇਹੀ ਕਿਹਾ ਸੀਗਾ ਕੋਈ ਇੱਕ ਭੁਜਾ ਹੋਵੇ ਆ ਸਾਂਝੀ ਭੁਜਾ ਬਰਾਬਰ ਹੋ ਗਈ ਇਹਦਾ ਮਤਲਬ ਆ ਦੋਨੋਂ ਤ੍ਰਿਭੁਜਾਂ ਆਪਸ ਦੇ ਵਿੱਚ ਸਰਵੰਸਮ ਹੋ ਗਈਆਂ ਲੇਕਿਨ ਉਹਨੇ ਸਾਨੂੰ ਸਰਵੰਸਮ ਥੋੜੀ ਨਾ ਕਿਹਾ ਉਹਨੇ ਕਿਹਾ ਕਿ AD BC ਦਾ ਸਮਦੋਭਾਜਨ ਕਰਦੀ ਹੈ ਇਹਦਾ ਅਰਥ ਇਹ ਹੋਇਆ ਕਿ BD ਬਰਾਬਰ CD CPCD ਲੋ ਜੀ ਪਹਿਲਾ ਪਾਰਟ ਹੋ ਗਿਆ ਜੀ ਮੇਰਾ ਕਹਿੰਦਾ BD ਬਰਾਬਰ CD ਉਹਨੇ ਇਹੀ ਕਿਹਾ ਸੀ ਨਾ AD ਜਿਹੜਾ ਹੈਗਾ ਉਹ BC ਨੂੰ ਦੋ ਬਰਾਬਰ ਹਿੱਸੇ 'ਚ ਵੰਡਦਾ ਮੈਂ ਕਰ ਦਿੱਤਾ ਜੀ BD ਬਰਾਬਰ CD ਆ ਗਿਆ ਜੀ ਇਹ ਵੀ ਹੋ ਗਿਆ ਉਸ ਤੋਂ ਬਾਅਦ ਉਹ ਕਹਿੰਦਾ AD ਕੋਣ A ਨੂੰ ਸਮਦੋਭਾਜਿਤ ਕਰਦਾ ਹੈ ਦੇਖੋ ਆਹ ਕੋਣ ਨੂੰ ਲੈ ਲੈਣਾ ਨੰਬਰ 3 ਇਹਨੂੰ ਲੈ ਲੈਣਾ 4 ਇਸ ਤੋਂ ਭਾਵ ਇਹ ਹੋਇਆ ਵਿਦਿਆਰਥੀਓ ਕੋਣ 3 ਬਰਾਬਰ ਕੋਣ 4 ਫਿਰ CPCD ਆ ਦੇਖੋ ਇਹਦੇ ਵਿੱਚ ਮੈਂ ਲਿਖ ਸਕਦਾ ਨਾ ਕਿ ਕੋਣ 3 ਬਰਾਬਰ ਕੋਣ 4 ਠੀਕ ਹੈ ਜੀ ਇਹ ਵੀ ਕਾਹਦੇ ਵਾਸਤੇ ਹੋ ਗਿਆ CPCD ठीक है जी आज चीज हो गई ना कॉरेस्पॉन्डिंग पार्ट्स ऑफ कॉन्ग्रुएंट ट्रायंगल जेकर कोण 3 कोण 4 ਦੇ ਬਰਾਬਰ ਹੈ ਤਾਂ ਇਹ ਵੀ CPCD ਹੋ ਗਿਆ ਤੇ ਭਾਵ ਦੂਸਰਾ ਪਾਰਟ ਜਿਹੜਾ ਹੈਗਾ ਆ AD ਕੋਣ A ਨੂੰ ਸਮਦੋਭਾਜਿਤ ਕਰਦੀ ਹੈ ਇਹ ਵੀ ਸਾਡਾ ਜਿਹੜਾ ਹੈਗਾ ਉਹ ਬਿਲਕੁਲ ਸਹੀ ਹੋ ਗਿਆ ਸੋ ਵਿਦਿਆਰਥੀਓ ਅਸੀਂ ਦੇਖਿਆ ਕਿ ਕਿਵੇਂ ਇੱਕ ਬੜਾ ਲੰਬਾ ਤੇ ਕੰਪਲਿਕੇਟਡ ਸਵਾਲ ਜਿਹੜਾ ਦੇਖਣ ਨੂੰ ਲੱਗਦਾ ਹੈ ਠੀਕ ਹੈ ਜੀ ਜਦੋਂ ਅਸੀਂ ਉਹਨੂੰ ਹੱਲ ਕਰਦੇ ਹਾਂ ਸਿਸਟਮੈਟਿਕਲ ਢੰਗ ਦੇ ਨਾਲ ਤੇ ਬੜੇ ਆਰਾਮ ਦੇ ਨਾਲ ਛੋਟਾ ਜਿਹਾ ਜਵਾਬ ਸਾਡੇ ਕੋਲ ਸਾਹਮਣੇ ਆ ਜਾਂਦਾ ਹੈ ਤੇ ਅਸੀਂ ਉਸ ਨੂੰ ਸਵਾਲ ਨੂੰ ਹੱਲ ਕਰ ਲੈਂਦੇ ਹਾਂ ਹਾਲਾਂਕਿ ਕਿਤੇ ਨਹੀਂ ਸਾਨੂੰ ਕਿਹਾ ਕਿ ਸਰਵੰਸਮ ਕਰੋ ਲੇਕਿਨ ਮੈਨੂੰ ਪਤਾ ਸੀਗਾ ਕਿ ਜੇਕਰ ਇਹ ਦੋ ਚੀਜ਼ਾਂ ਨੂੰ ਮੈਂ ਹੱਲ ਕਰਨਾ ਹੈ ਤਾਂ ਮੈਂ ਇਹ ਦੋ ਤ੍ਰਿਭੁਜਾਂ ਨੂੰ ਸਰਵੰਸਮ ਕਰਨਾ ਹੀ ਪਵੇਗਾ ਤੇ ਜੇਕਰ ਇਹ ਸਰਵੰਸਮ ਕਰਾਂਗਾ ਤਾਂ ਮੇਰੇ ਕੋਲ ਹੱਲ ਇਹਦਾ ਆ ਜਾਏਗਾ ਸੋ ਮੈਂ ਉਮੀਦ ਕਰਦਾ ਹਾਂ ਵਿਦਿਆਰਥੀਓ ਤੁਹਾਨੂੰ ਇਹ ਲੈਕਚਰ ਸਮਝ ਆਇਆ ਹੋਵੇਗਾ ਤੇ ਤੁਸੀਂ ਇਸ ਨੂੰ ਸਮਝਿਆ ਵੀ ਹੋਵੇਗਾ